ਗੁਰੂ ਦਰਬਾਰ 'ਚ ਸੁਸ਼ੋਭਿਤ ਸਤਸੰਗੀਓ। ਸ਼੍ਰੀ ਸੁਖਮਨੀ ਸਾਹਿਬ ਦੇ ਬਾਣੀ ਦੀ ਅਸੀਂ ਲੜੀਵਾਰ ਜੋ ਵਿਚਾਰ ਸ਼ੁਰੂ ਕੀਤੀ ਹੈ, ਅਸੀਂ ਅਜੇ ਤੱਕ ਦੋ ਅਸ਼ਟਪਦੀਆਂ ਦੇ ਬਾਰੇ ਕੁਝ ਆਪਸ ਵਿੱਚ ਵਿਚਾਰ ਸਾਂਝੇ ਕੀਤੇ ਸਨ। तो जिस तरह हमेशा असी ये देखते हाँ कि जोड़ा पहला विचार है उसका जो अगे विचार आ रहा है उसके नाल की रिश्ता है, क्योंकि ये सानू याद रखने की जरूरत है कि बाणी ब्रह्म ज्ञानियों नू समय समय के मुताबिक समाधि की अवस्था में प्राप्त हुई, फिर उन्होंने ध्यान की अवस्था में इसनू कलमबंद किया और ये 22 पार्ट्स पोथियां सैंचियां के रूप में एक गुरुदेव कोलों एक पीढ़ी कोलों दूसरी पीढ़ी तक चलती रही। इसकी सारी तरतीब देने वाले पंचों महल हैं। तो सानू गुरसिख होने के नाते ये फर्ज बन जाता है कि असी इसनू इस ध्यान नाल वेखीए कि आखिरकार गुरु अर्जन देव जी ने जदों एक बाणी दूसरी बाणी के बाद चुनी रखी, एक शब्द दूसरे शब्द के बाद रखिया, उन्हां दी चोण विच की भेद है, उन्होंने क्यों इस तरह चुनिया। तो असी जदों सुखमणी की शुरुआत की सी ते उस विच असां समझिया सी कि इसका नाम सुखमणी रखने का कारण सी कि ये साडी अज्ञानता के उत्ते सीधी चोट करती है, क्योंकि गुरबाणी ने सानू याद दिलाया है जिहड़ा भी जग्यासु अज्ञानता दे विच कोई कर्म करेगा वो नुकसान उठाएगा। ज्ञानहीन अज्ञान पूजा ਉਹਦਾ ਐਂਡ ਕੀ ਹੁੰਦਾ ਹੈ, ਅੰਧ ਵਰਤਾਰਾ ਲਾਓ ਦੂਜਾ। ਇਸ ਕਰਕੇ ਕਿਸੇ ਵੀ ਗੁਰਸਿੱਖ ਨੂੰ ਬਲਾਈਂਡ ਫੇਥ ਤੇ ਜਾਣ ਦੇ ਲਈ ਕਦੀ ਰਾਏ ਨਹੀਂ ਦਿੱਤੀ ਗਈ। ਵਿਸ਼ਵਾਸ ਭਰੋਸਾ ਜ਼ਰੂਰ ਕਿਹਾ ਗਿਆ ਕਿ ਤੈਨੂੰ ਫੇਥ ਹੋਣਾ ਚਾਹੀਦਾ ਹੈ, ਪਰ ਬਲਾਈਂਡ ਫੇਥ ਨਹੀਂ। ਜਿਹੜਾ ਤੇਰੇ ਅੰਦਰ ਸ਼ੰਕਾ ਸ਼ਿਕਵਾ ਸਵਾਲ ਉੱਠਦਾ ਹੈ ਉਸਨੂੰ ਬਾਣੀ ਕੋਲੋਂ ਪੁੱਛ, ਬਾਣੀ ਉਸਦਾ ਹੱਲ ਕਰਦੀ ਹੈ। तो क्योंकि ये बाणी जिहड़ी है इस दे विच 24 अष्टपदियां दे विच गुरबाणी दे जिहड़े मेन टॉपिक्स हैं उन्हां दी एक्सपेंशन है। तो असां देखिया कि जिहड़ा पहला टॉपिक लिया गया पहली अष्टपदी विच वो सी सिमरना की हुंदा है। जपना शुरू करिए तो जदों सिमरन की अवस्था तो सैकंड स्टेज है सिमरन की अवस्था, वो की तब्दीलियां आउंदियां ने। तो असां वो अगर तुसी पहले अष्टपदी वाल ध्यान नाल देखो फिर एक बार तो लिंक बनाने दे लई तो इशारा किया सी सिमरो सिमर सिमर सुख पावो। सिमरना की है वो सारा ही डिफाइन किया गया। प्रभ के सिमरन काल पर हरे, प्रभ के सिमरन दुश्मन डरे। उसका क्यों इशारा किया गया है, किस करके है, उस स्टेज की बयान करके ते अगे ले आए सानू। ते दूसरी अष्टपदी विच कहा गया कि जिहड़ा तू जप रहे हैं सिमरन कर रहे हैं वो किसदा होना चाहिए। तो हजूर ने इशारा किया कि सिमरन सिर्फ हर दा होना चाहिए। ये किसी दे उत्ते कोई चोट नहीं, किसी दे नुक्स नहीं कढ़िया जा रहा, किसी ते कटाक्ष नहीं किया जा रहा, बल्कि एजुकेट किया जा रहा है। इसनू ये नहीं कहना कि जिन्हां ने हरे रामा या हरे कृष्णा या जय सिया राम जपना शुरू किया कि उन्होंने की गल है जी।
ਗੁਰਬਾਣੀ ਨੇ ਕਿਹਾ ਕਿ ਉਸ ਦੇ ਵਿੱਚ ਖਤਰਾ ਹੈ। ਕੀ ਖਤਰਾ ਹੈ? ਰਾਮ ਕਹਿਣ ਲੱਗਿਆ ਜੇ ਰਾਮ ਦਾ ਪਿਓ ਯਾਦ ਆ ਗਿਆ, ਸਾਰੀ ਰਾਮਾਇਣ ਦੀ ਗਾਥਾ ਦਿਮਾਗ ਵਿੱਚ ਬੈਠ ਗਈ ਤੇ ਮਨ ਦਾ ਟਿਕਾਓ ਮੁਸ਼ਕਲ ਹੋ ਜਾਏਗਾ। ਤੋ ਅੱਖਰ ਉਹ ਚੁਣ ਜਿਹੜਾ ਹਰ ਨੂੰ ਯਾਦ ਦਿਲਾਵੇ, ਹਰੀ ਨੂੰ ਯਾਦ ਦਿਲਾਵੇ, ਜਿਹਦੇ ਨਾਲ ਕੁਝ ਹੋਰ ਜੁੜਿਆ ਨਾ ਹੋਵੇ। ਤੋ ਸੈਕੰਡ ਜਿਹੜੀ ਅਸ਼ਟਪਦੀ ਸੀ ਉਸ ਦੇ ਵਿੱਚ ਇਹ ਚੀਜ਼ ਦੇ ਉੱਤੇ ਜ਼ੋਰ ਦਿੱਤਾ ਗਿਆ, ਸਾਰੇ ਦਾ ਸਾਰਾ ਜਿਹੜਾ ਜੇ ਮਾਰਗ ਕੈ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਤੋ ਅੱਖਰ ਹਰੀ ਦੇ ਉੱਤੇ ਉਹਨੂੰ ਡਿਫਾਈਨ ਕਰ ਦਿੱਤਾ ਗਿਆ ਕਿ ਹਰੀ ਦੇ ਉੱਤੇ ਜ਼ੋਰ ਦੇਣਾ ਹੈ, ਪਰਮਾਤਮਾ ਦੇ ਉੱਤੇ ਜ਼ੋਰ ਦੇਣਾ ਹੈ। ਦੁਨਿਆਵੀ ਇਤਿਹਾਸਕ ਮਿਥਹਾਸਿਕ ਘਟਨਾਵਾਂ ਤੋਂ ਆਪਣਾ ਪੱਲਾ ਛੁਡਾਉਣਾ ਹੈ। ਇਸੇ ਤਰ੍ਹਾਂ ਹੀ ਅਗਰ ਗੁਰਸਿੱਖ ਗੋਬਿੰਦ 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 ਦਾ ਨਾਮ ਜਪਦਾ ਹੈ ਤੇ ਉਹਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯਾਦ ਆ ਜਾਣ ਤੇ ਉਹਨਾਂ ਦਾ ਸਾਰਾ ਜੀਵਨ ਇਤਿਹਾਸ ਅੰਦਰ ਚਲਾ ਜਾਏਗਾ, ਪਰਮਾਤਮਾ ਦਾ ਨਾਮ ਨਹੀਂ ਜੁੜ ਸਕਦਾ। ਮਗਰ ਨਾਮਦੇਵ ਨੇ ਗੋਬਿੰਦ ਨੂੰ ਜਪਿਆ ਹੈ, ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਨਾ, ਆਦ ਦਾਮ ਕੋ ਛੀਪਰੋ ਹੋਇਓ ਲਾਖੀਨਾ। ਕਿਉਂਕਿ ਉਸ ਦੇ ਲਈ ਇੱਕੋ ਗੱਲ ਸੀ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਗੋਬਿੰਦ ਕਿਸੇ ਦਾ ਨਾਮ ਨਹੀਂ ਸੀ, ਗੋਬਿੰਦ ਉਸ ਦੇ ਲਈ ਉਹ ਸੀ ਜਿਹੜਾ ਰਾਮ ਸਾਰਿਆਂ ਵਿੱਚ ਰਮਿਆ ਹੋਇਆ ਹੈ। ਤੋ ਸਿੱਖ ਜਗਤ ਦੇ ਵਿੱਚ ਇਸੇ ਕਰਕੇ ਜਿਹੜਾ ਅੱਖਰ ਵਾਹਿਗੁਰੂ ਆਇਆ ਸੀ, ਜਦੋਂ ਵਾਹਿਗੁਰੂ ਅੱਖਰ ਦੀ ਥੋੜੀ ਜਿਹੀ ਆਪਸ ਵਿੱਚ ਵਿਚਾਰ ਕੀਤੀ ਸੀ ਤੇ ਸਾਂਝਾ ਕੀਤਾ ਸੀ ਕਿ ਇਹ ਪਰਮਾਤਮਾ ਦਾ ਨਾਮ ਨਹੀਂ ਹੈ, ਇਹ ਬੜਾ ਸਾਇੰਟੀਫਿਕਲੀ ਇਸੇ ਕਰਕੇ ਕੀਤਾ ਗਿਆ ਹੈ ਕਿ ਵਵਾ ਹਾਹਾ ਗੱਗਾ ਤੇ ਰਾਰਾ ਸਾਈਕਲ ਬਣਦਾ ਹੈ। ਤੇ ਕਹਿੰਦਾ ਹੈ ਇਹਦੇ ਨਾਲ ਕੋਈ ਇਤਿਹਾਸ ਨਹੀਂ ਜੁੜਿਆ ਹੋਇਆ, ਇਸ ਦੇ ਨਾਲ ਕੋਈ ਕਹਾਣੀ ਨਹੀਂ ਲੱਗੀ ਹੋਈ, ਤੂੰ ਇਸ ਨੂੰ ਜਪਣ ਦਾ ਨਾਮ ਬਣਾ ਲਾ, ਅੱਖਰ ਬਣਾ ਲਾ, ਸੌਖਾ ਹੋ ਜਾਏਗਾ ਤੇਰਾ ਕੰਮ। ਤੋ ਜਦੋਂ ਪਹਿਲੀਆਂ ਦੋ ਅਸ਼ਟਪਦੀਆਂ ਦੇ ਵਿੱਚ ਇਸ ਚੀਜ਼ ਦੇ ਉੱਤੇ ਫਾਊਂਡੇਸ਼ਨ ਰੱਖ ਦਿੱਤਾ ਕਿ ਤੇਰੀ ਯਾਤਰਾ ਪਰਮਾਤਮਾ ਦੇ ਨਾਮ ਨਾਲ ਜਪਣ ਨਾਲ ਹੋਣੀ ਹੈ, ਤੋ ਧਿਆਨ ਦੇਣਾ ਕਿ ਅਸੀਂ ਗਿਆਨ ਦੀ ਗੱਲ ਕਰ ਰਹੇ ਹਾਂ ਕਿ ਅਗਿਆਨਤਾ ਨੂੰ ਦੂਰ ਕਰ ਰਹੀ ਹੈ ਸੁਖਮਨੀ। ਹੁਣ ਜਿਹੜੀਆਂ ਗੱਲਾਂ ਅਗਿਆਨ ਦੇ ਵਿੱਚ ਇਨਸਾਨ ਕਰਦਾ ਆ ਰਿਹਾ ਹੈ ਔਰ ਕਰਨ ਤੇ ਜ਼ੋਰ ਦੇ ਰਿਹਾ ਹੈ, ਉਹਦਾ ਖੁਲਾਸਾ ਸ਼ੁਰੂ ਹੋ ਜਾਣਾ। ਪਹਿਲੀਆਂ ਦੋ ਪੌੜੀਆਂ ਵਿੱਚ, ਫਿਰ ਇੱਕ ਪੌੜੀ ਜਿਹੜੀਆਂ ਅਸ਼ਟਪਦੀਆਂ ਵਿੱਚ, ਫਿਰ ਸੁਣ ਲਓ ਧਿਆਨ ਨਾਲ। ਫਾਊਂਡੇਸ਼ਨ ਰੱਖਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਿਹਨੂੰ ਸਿਮਰਾਂ? ਸਿਰਫ ਹਰੀ ਨੂੰ ਸਿਮਰਨਾ ਹੈ। ਪਰ ਹੋ ਕੀ ਰਿਹਾ? ਤੀਸਰੀ ਅਸ਼ਟਪਦੀ ਦੇ ਵਿੱਚ ਸ਼ਲੋਕ ਸ਼ੁਰੂ ਹੀ ਉੱਥੋਂ ਹੋਇਆ। ਧਿਆਨ ਦਿਓ ਸ਼ਲੋਕ ਵੱਲ। ਬਾਹੋ ਸ਼ਾਸਤਰ ਬਾਹੋ ਸਿਮਰਤੀ ਪੇਖੈ ਸਰਬ ਟੰਡੋਲ। ਸ਼ਾਸਤਰ ਤੇ ਸਿਮਰਤੀਆਂ ਤੇ ਵੇਦ ਤੇ ਪੁਰਾਣ ਤੇ ਕੁਰਾਨ, ਇਹ ਧਾਰਮਿਕ ਗ੍ਰੰਥਾਂ ਦੇ ਨਾਂ ਹਨ। ਬਨਾਰਸ ਦੀ ਯੂਨੀਵਰਸਿਟੀ ਵਿੱਚ ਜਿਹੜੇ ਲੋਕ ਜਾ ਕੇ ਤੇ ਇਹਨਾਂ ਵੇਦਾਂ ਦਾ ਗਿਆਨ ਹਾਸਲ ਕਰਦੇ ਸੀ, ਉੱਥੋਂ ਹੀ ਇਹ ਟਾਈਟਲ ਚੱਲੇ ਸਨ। ਜਿਹਨੇ ਇੱਕ ਵੇਦ ਪੜ੍ਹ ਲਿਆ ਉਹ ਵੇਦੀ ਹੋ ਗਿਆ, ਜਿਹਨੇ ਦੋ ਪੜ੍ਹ ਲਏ ਉਹ ਦਵੇਦੀ ਹੋ ਗਿਆ, ਤ੍ਰਿਵੇਦੀ, ਚਤੁਰਵੇਦੀ। ਇਸ ਤਰ੍ਹਾਂ ਜਿਹਨੇ ਸਾਰੀਆਂ ਸਿਮਰਤੀਆਂ ਪੜ੍ਹ ਲਈਆਂ, 108 ਸ਼੍ਰੀ 108 ਜਿਹੜਾ ਸੀ, ਅਸੀਂ ਤੇ ਹਰ ਬੰਦੇ ਨਾਲ ਜੋੜਦੇ ਨੇ ਸ਼੍ਰੀਮਾਨ 108। 108 ਦਾ ਮਤਲਬ ਹੁੰਦਾ ਸੀ ਇਸਨੇ ਬਨਾਰਸ ਦੀ ਯੂਨੀਵਰਸਿਟੀ ਜਾ ਕੇ 108 ਸਿਮਰਤੀਆਂ ਨੂੰ ਸਟੱਡੀ ਕੀਤਾ, ਉਹਨੂੰ ਉਹ ਡਿਗਰੀ ਮਿਲਦੀ ਸੀ। ਸੋ ਹਿੰਦੁਸਤਾਨ ਦੀ ਕਾਂਸ਼ੀਅਸਨੈਸ ਦੇ ਵਿੱਚ ਇਸ ਤਰ੍ਹਾਂ ਦੇ ਵੇਦ ਪੁਰਾਣ ਕੁਰਾਨ ਬਹੁਤ ਹਨ। ਜਿਤਨਾ ਕਿ ਕੁਝ ਲਿਖਿਆ ਇਸ ਸਬਜੈਕਟ ਤੇ ਗਿਆ ਹੈ, ਸਾਇੰਸ ਦੀ ਕੋਈ ਕਿਤਾਬ ਜਿਹੜੀ ਤੁਸੀਂ ਨਹੀਂ ਵੇਖੋਗੇ ਕਿ ਕਿਸੇ ਸਬਜੈਕਟ ਤੇ ਇੰਨਾ ਕੁਝ ਲਿਖਿਆ ਗਿਆ ਹੋਵੇ। ਧਰਮ ਦੀ ਦੁਨੀਆ ਵਿੱਚ ਬਹੁਤ ਕੁਝ ਹੈ। ਤੋ ਇੱਥੋਂ ਸ਼ਲੋਕ ਸ਼ੁਰੂ ਕਰਦਾ ਹੈ ਕਿ ਕੀ ਹੋ ਰਿਹਾ ਹੈ? ਬਾਹੂ ਸ਼ਾਸਤਰ ਬਾਹੂ ਸਿਮਰਤੀ। ਤੇ ਕੀ ਹੈ ਅੱਗੇ? ਅੱਖਰ ਆਇਆ ਪੇਖੇ। ਪੰਜਾਬੀ ਦੇ ਵਿੱਚ ਕਹਿੰਦੇ ਨੇ ਵੇਖਣਾ, ਜਾਂ ਹਿੰਦੀ ਵਿੱਚ ਕਹਿੰਦੇ ਨੇ ਦੇਖਣਾ, ਪਰ ਇਹ ਉਹ ਨਹੀਂ ਹੈ। ਇਹ ਅੱਖਰ ਹੈ ਪੇਖਣਾ।